ਤਾਂ ਸਾਡੇ ਅੰਦਰ ਇੱਕ ਹੀ ਵਿਚਾਰ ਹੋਣੀ ਚਾਹੀਦੀ ਸੀ, ਉਹ ਹੋਣੀ ਚਾਹੀਦੀ ਸੀ ਗੁਰ ਵਿਚਾਰ। ਜਿੱਥੇ ਇੱਕ ਵਿਚਾਰ ਹੋਵੇਗੀ, ਇੱਕ ਬੰਦਾ ਹੋਏਗਾ, ਕੱਲਾ ਬੰਦਾ ਘਰ ਵਿੱਚ ਲੜੇਗਾ ਕਿ ਉਹ ਕੰਧਾਂ ਨਾਲ ਲੜੇਗਾ, ਕਿ ਉਹ ਪੱਖੇ ਨਾਲ ਲੜੇਗਾ? ਨਹੀਂ ਲੜੇਗਾ ਨਾ। ਜਦੋਂ ਦੋ ਬੰਦੇ ਹੋਣਗੇ, ਚਾਹੇ ਮੀਆਂ ਬੀਬੀ ਧੀਆ ਪੁੱਤਰ ਹਨ, ਜਾਂ ਦੋ ਬੰਦੇ, ਝਗੜਾ ਹੀ ਉੱਥੇ। ਮਨ ਦੇ ਅੰਦਰ ਝਗੜਾ ਕਿਸ ਗੱਲ ਦਾ ਹੈ? ਬੜੀ ਪਿਆਰੀ ਵਿਚਾਰ ਸਮਝਣ ਵਾਲੀ ਹੈ। ਮਨ ਦੇ ਅੰਦਰ ਵਿਚਾਰ ਹੈ, ਝਗੜਾ ਹੈ ਵਿਚਾਰਾਂ ਦਾ। ਤੇ ਵਿਚਾਰਾਂ ਦੋ ਹਨ, ਦੋ ਵਿਚਾਰਾਂ ਚੱਲ ਰਹੀਆਂ, ਇੱਕ ਗੁਰ ਵਿਚਾਰ, ਗੁਰੂ ਦੀ ਵਿਚਾਰ, ਇੱਕ ਦੁਨਿਆਵੀ ਵਿਚਾਰ, ਕਰਮਕਾਂਡੀ ਵਿਚਾਰ। ਕੱਲ ਵੀ ਆਪ ਜੀ ਨਾਲ ਸਾਂਝ ਪਾਈ ਸੀ ਨਾ, ਜੋ ਭਗਤ ਕਬੀਰ ਜੀ ਦਾ ਬੜਾ ਪਿਆਰਾ, ਜਲ ਹੈ ਸੂਤਕ ਥਲ ਹੈ ਸੂਤਕ, ਸੂਤਕ ਉਪਤ ਹੋਈ। ਹੁਣ ਜਿਨ੍ਹਾਂ ਨੇ ਤੇ ਸੂਤਕ ਨੂੰ ਸਮਝ ਲਿਆ, ਗੁਰੂ ਵਿਚਾਰ ਨੂੰ ਸਮਝ ਲਿਆ, ਉਹਨਾਂ ਦੇ ਘਰ ਝਗੜੇ ਨਹੀਂ ਹੋਣਗੇ। ਤੇ ਜਿਨ੍ਹਾਂ ਨੇ ਨਹੀਂ ਸਮਝਿਆ, ਬੱਚਾ ਹੁੰਦਿਆਂ ਸਾਰੀ ਕਹਿਣਗੇ ਬਈ ਇਹ ਕੰਮ ਨਾ ਕਰੋ, ਸੂਤਕ ਹੈ, ਇੰਜ ਨਾ ਕਰੋ, ਸੂਤਕ ਹੈ। ਉੱਥੇ ਅਸੀਂ ਝਗੜਨ ਲੱਗ ਪੈਂਦੇ ਹਾਂ, ਉੱਥੇ ਝਗੜੇ ਹਨ। ਇੰਜ ਨਾ ਕਰੋ, ਇਹ ਕੰਮ ਮਾੜਾ, ਇੰਜ ਨਾ ਕਰੋ, ਇਹ ਕੰਮ ਚੰਗਾ ਹੈ, ਉੱਥੇ ਝਗੜੇ ਹਨ। ਆਖਿਰਕਾਰ ਇੱਕ ਵਾਰ ਦੀ ਗੱਲ, ਸ਼ਮਸ਼ਾਨ ਘਾਟ ਗਏ। ਉੱਥੇ ਇੱਕ ਗੁਰਸਿੱਖ ਨੇ ਆਖਿਆ ਕਿ ਭਾਈ, ਉਸ ਦਿਨ ਅੰਗੀਠੇ ਦੀ ਸੰਭਾਲ ਸੀ। ਕਹਿਣ ਲੱਗੇ ਭਾਈ ਸਾਹਿਬ ਇਹਨੇ ਅਰਦਾਸ ਕਰ ਦਿੱਤੀ ਹੈ, ਅਰਦਾਸ ਕਰਤੀ ਹੈ, ਹੁਣ ਪਾਣੀ ਪਾ ਕੇ ਤੇ ਸਾਰਾ ਇਕੱਠਾ ਕਰੋ, ਕਿਉਂਕਿ ਗੁਰਮਤਿ ਅਨੁਸਾਰ ਕੀ ਹੈ, ਜਦ ਰਾਖ ਠੰਡੀ ਹੋ ਜਾਵੇ, ਉੱਥੇ ਚੌਥਾ ਅਸੀਂ ਕਰਦੇ ਹਾਂ, 11ਵਾਂ 12ਵਾਂ 13ਵਾਂ 17ਵਾਂ, ਇਹ ਮਨਮਤ ਹੈ, ਇਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਕਈ ਚੌਥਾ ਕਰਦੇ ਨੇ, ਚੌਥੇ ਤੇ ਫੁੱਲ ਚੁੱਕਦੇ ਨੇ, ਕੋਈ ਸੰਬੰਧ ਨਹੀਂ ਚੌਥੇ ਦੇ ਨਾਲ ਸਾਡਾ। ਰਹਿਤ ਮਰਿਆਦਾ ਪੜੋ, ਅੱਧੇ ਝਗੜੇ ਤੇ ਸਾਡੇ ਵੈਸੇ ਖਤਮ ਹੋ ਜਾਣੇ ਹਨ। ਲੇਕਿਨ ਦੁੱਖ ਦੀ ਗੱਲ ਅਸੀਂ ਪੜਨਾ ਹੀ ਨਹੀਂ ਚਾਹੁੰਦੇ, ਪੜਨਾ ਛੱਡ ਦਿੱਤਾ। ਕਈ ਵਿਦਵਾਨ ਉਹ ਵੀ ਲਕੀਰ ਦੇ ਫਕੀਰ ਬਣੇ ਪਏ ਹਨ, ਕਿਉਂਕਿ ਕਈ ਮਿਥਿਆਸ ਨੂੰ ਇਤਿਹਾਸ ਬਣਾ ਕੇ ਸਾਡੇ ਸਾਹਮਣੇ ਲੈ ਕੇ ਉਹ ਕਹਿਣਗੇ ਆਹ ਦੇਖੋ ਜੀ ਇਹ ਲਿਖਿਆ ਪਿਆ, ਇੱਥੇ ਲਿਖਿਆ ਹੈ, ਲਿਖਣ ਵਾਲਾ ਕੌਣ ਹੈ, ਉਹਦੀ ਸੋਚ ਕੀ ਹੈ, ਉਧਰ ਤੇ ਜਾਓ। ਗੁਰਸਿੱਖ ਪਿਆਰਿਆਂ ਨੇ ਰਹਿਤ ਮਰਿਆਦਾ ਸਾਡੀ ਝੋਲੀ ਦੇ ਵਿੱਚ ਪਾਈ ਹੈ। ਰਹਿਤ ਮਰਿਆਦਾ, ਜਿਹੜਾ ਕੋਈ ਰਹਿਤ ਮਰਿਆਦਾ ਚੰਗੀ ਤਰੀਕੇ ਪੜ੍ਹ ਲਵੇ, ਵਿਚਾਰ ਲਵੇ, ਉੱਤੇ ਪਹਿਰਾ ਦੇ ਦਿਓ, ਸੱਚ ਜਾਣਿਓ, ਅੱਧੇ ਝਗੜੇ ਤੇ ਉਹਦੇ ਉਦੋਂ ਹੀ ਖਤਮ ਹੋ ਜਾਂਦੇ ਹਨ। ਤੇ ਰਹਿੰਦੇ ਖੁੰਦੇ ਜਦੋਂ ਬਾਣੀ ਨਾਲ ਜੁੜਾਂਗੇ, ਫਿਰ ਤੇ ਸਫਾਇਆ ਹੀ ਹੈ ਨਾ, ਉੱਥੇ ਤੇ ਮਤਲਬ ਹੀ ਕੋਈ ਨਹੀਂ। ਉੱਥੇ ਤੇ ਫਿਰ ਇੱਕ ਹੀ ਵਿਚਾਰ ਹੈ, ਗੁਰ ਵਿਚਾਰ, ਉੱਥੇ ਦੂਜੀ ਵਿਚਾਰ ਨਹੀਂ। ਜੇ ਮਨ ਦੇ ਵਿੱਚ ਇੱਕ ਵਿਚਾਰ ਹੈ, ਕੋਈ ਝਗੜੇ ਨਹੀਂ। ਜਿੱਥੇ ਦੋ ਵਿਚਾਰਾਂ ਝਗੜੇ ਹੀ ਉੱਥੇ ਹਨ। ਕਿਸੇ ਨੇ ਆਖਿਆ ਗੁਰੂ ਮਹਾਰਾਜ ਜੀ ਦਾ ਜੋ ਰਹਿਤ ਮਰਿਆਦਾ ਅਨੁਸਾਰ ਭਾਈ ਸਾਹਿਬ ਨੇ ਅਰਦਾਸ ਕੀਤੀ ਹੈ, ਹੁਣ ਇੱਥੇ ਪਾਣੀ ਪਾਓ। ਪਾਣੀ ਕਿਉਂ ਪਾਉਂਦੇ ਹਾਂ? ਇਹ ਵੀ ਇੱਕ ਭਰਮ ਹੈ। ਪਾਣੀ ਇਸ ਕਰਕੇ ਨਹੀਂ ਪਾਉਣਾ ਕਿ ਕੋਈ ਕਰਮ ਕਾਂਡ ਨਹੀਂ, ਪਾਣੀ ਇਸ ਕਰਕੇ ਪਾਉਣੇ ਕਿ ਰਾਖ ਠੰਡੀ ਹੋ ਜਾਏ, ਇਕੱਠੀ ਕਰਨ ਲੱਗਿਆ ਸਾਡੇ ਹੱਥ ਨਾ ਸੜਨ। ਹੋ ਸਕਦਾ ਇਹਦੇ ਵਿੱਚ ਅਜੇ ਅੱਗ ਹੋਵੇ ਜਾਂ ਗਰਮ ਹੋਵੇ। ਰਹਿਤ ਮਰਿਆਦਾ ਸਾਫ਼ ਲਿਖਿਆ ਕਿ ਜਦੋਂ ਅੰਗੀਠਾ ਠੰਡਾ ਹੋ ਜਾਵੇ, ਰਾਖ ਠੰਡੀ ਹੋ ਜਾਵੇ, ਬੁੱਝ ਜਾਵੇ, ਅੱਗ ਠੰਡੀ ਹੋ ਜਾਵੇ, ਉਹਨੂੰ ਸਾਰੇ ਇਕੱਠਾ ਕਰੋ। ਜੋ ਸਾਡੀ ਗੁਰਮਤਿ ਹੈ, ਉਹਨੂੰ ਇਕੱਠਾ ਕਰਕੇ ਵਗਦੇ ਹੋਏ ਪਾਣੀ 'ਚ ਕਿਤੇ ਪ੍ਰਵਾਹ ਕਰ ਦਿਓ। ਕਿਤੇ ਕੀਰਤਪੁਰ ਲੈ ਜਾਣ ਦੀ ਜਾਂ ਕਿਤੇ ਅਲੱਗ-ਅਲੱਗ ਥਾਵਾਂ ਤੇ ਲੈ ਜਾਣ ਦੀ ਲੋੜ ਨਹੀਂ। ਹਾਂ, ਅੱਜ ਲੋੜ ਮੁਤਾਬਕ ਜੇ ਕੋਈ ਜਗ੍ਹਾ ਬਣਾਈ ਗਈ ਹੈ ਕਿ ਇਸ ਥਾਂ ਦੇ ਉੱਤੇ ਇਹ ਰਾਖ ਜਾਂ ਇਹ ਫੁੱਲ ਜਿਹੜੇ ਤਾਰੇ ਜਾਣ, ਉਹ ਗੱਲ ਠੀਕ ਹੈ ਕਿ ਥਾਂ-ਥਾਂ ਦੇ ਉੱਤੇ ਜਲ ਪ੍ਰਦੂਸ਼ਣ ਨਾ ਹੋਵੇ, ਕਿ ਇੱਕ ਥਾਂ ਦੇ ਉੱਤੇ ਠੀਕ ਹੈ। ਲੇਕਿਨ ਇਸ ਭਾਵਨਾ ਨਾਲ ਕਿ ਇੱਥੇ ਫੁੱਲ ਉਤਾਰਿਆ ਪਾਰ ਉਤਾਰਾ ਹੋ ਜਾਏਗਾ, ਇਹ ਮਨਮਤ ਹੈ, ਮਨਮਤ ਹੈ। ਇੱਕ ਨੇ ਆਖਿਆ ਇਕੱਠੇ ਕਰੋ, ਦੂਸਰੇ ਕਹਿੰਦੇ ਨਹੀਂ, ਜੇ ਪੰਡਤ ਜੀ ਨੂੰ ਬੁਲਾਓ, ਪੰਡਤ ਜੀ ਆਉਣਗੇ, ਉਹ ਦੱਸਣਗੇ ਰਾਖ ਕਿੱਧਰੋਂ ਇਕੱਠੀ ਕਰਨੀ ਹੈ। ਪਹਿਲਾਂ ਉਹ ਆਤਮ ਰਾਮ ਉਹ ਚੁਣਦੇ ਹਨ। ਕਿੰਨਾ ਭਰਮ ਹੈ ਬਈ ਆਤਮ ਰਾਮ, ਆਤਮਾ ਰਾਮ, ਉਹ ਪਰਮਾਤਮਾ ਵਾਸਤੇ। ਬਾਣੀ 'ਚ ਕਈ ਵਾਰੀ ਆਤਮਾ ਰਾਮ ਸ਼ਬਦ ਆਇਆ, ਆਤਮ ਰਾਮ, ਆਤਮਾ ਰਾਮ, ਉਹ ਤੇ ਪਰਮਾਤਮਾ ਵਾਸਤੇ, ਉਹ ਤੇ ਦੀ ਜੋਤ ਵਾਸਤੇ। ਉਹ ਬਾਹਰ ਗਿਆ ਹੈ ਤਾਂ ਹੀ ਡੈਡ ਬੋਡੀ ਹੋਈ ਹੈ, ਤਾਂ ਹੀ ਇਹਨੂੰ ਸਾੜਿਆ ਹੈ, ਨਹੀਂ ਤੇ ਅੱਗ ਦੇ ਲਾਗੇ ਨਹੀਂ ਸੀ ਜਾਂਦਾ। ਹੁਣ ਕੀ ਲੱਭਣਾ? ਰਾਖ ਵਿੱਚੋਂ ਆਤਮ ਰਾਮ ਲੱਭ ਰਹੇ, ਆਤਮਾ ਰਾਮ ਲੱਭ ਰਹੇ। ਤੇ ਉਹ ਪੰਡਤ ਜੀ ਵੀ ਇੱਕ ਅਲੱਗ ਜੀ ਹੱਡੀ ਜੀ ਲੈ ਕੇ ਕਹਿੰਦਾ ਇਹ ਆਤਮਾ ਰਾਮ ਹੈ। ਉਹਨਾਂ ਫੁੱਲਾਂ ਨੂੰ ਫਿਰ ਧੋਣਾ ਤੇ ਫੁੱਲ ਅਗਰਬੱਤੀਆਂ ਕਰਨੀਆਂ, ਸਭ ਮਨਮਤ ਹੈ। ਉੱਥੇ ਝਗੜਾ ਹੋ ਗਿਆ ਪਰਿਵਾਰ 'ਚ। ਕਹਿਣ ਲੱਗੇ, ਇੱਕ ਕਹਿ ਕੇ ਇਕੱਠਾ ਕਰਨਾ, ਇੱਕ ਕਹਿੰਦੇ ਨਹੀਂ ਆਤਮ ਰਾਮ ਲੱਭਣਾ ਹੈ। ਪੰਡਤ ਜੀ ਜਿਵੇਂ ਕਹਿਣਗੇ ਫੁੱਲ ਚੁਗਣੇ ਹਨ। ਤੇ ਮੈਂ ਕਿਹਾ ਜੇ ਪੰਡਤ ਜੀ ਨੂੰ ਹੀ ਬੁਲਾਉਣਾ ਸੀਗਾ ਤੇ ਫਿਰ ਮੈਨੂੰ ਕਿਉਂ ਬੁਲਾਇਆ? ਭਈ ਗੁਰੂ ਘਰ ਦੇ ਗ੍ਰੰਥੀ ਨੂੰ ਕਿਉਂ ਬੁਲਾਇਆ?
ਉਹਨੂੰ ਗੁਰੂ ਘਰ ਵੀ ਕੰਮ ਸੀ, ਉਹਨੇ ਗੁਰਦੁਆਰੇ ਵੀ ਕੰਮ ਸੀਗਾ। ਉਸੇ ਵੇਲੇ 7 ਵਜੇ ਤੁਸੀਂ ਆਖਿਆ ਉੱਥੇ ਵੀ ਆਇਓ। ਇਹ ਝਗੜੇ ਹਨ ਨਾ। ਤੇ ਝਗੜੇ ਕਦੋਂ ਦੂਰ ਹੋਣੇ ਸਨ? ਜਿਹਨੂੰ ਭਗਤ ਕਬੀਰ ਜੀ ਨੇ ਇੱਥੇ ਬੇਨਤੀ ਕੀਤੀ, ਅੱਗੇ 1158 ਅੰਗ ਤੇ ਤੁਸੀਂ ਦਰਸ਼ਨ ਕਰੋਗੇ ਸ਼ਬਦ ਦੇ। ਉਹਨਾਂ ਨੇ ਆਖਿਆ ਹਮਰਾ ਝਗੜਾ ਰਹਾ ਨਾ ਕੋ। ਕਹਿੰਦੇ ਮੇਰੇ ਹੁਣ ਝਗੜੇ ਖਤਮ ਹੋ ਗਏ। ਭਗਤ ਕਬੀਰ ਜੀ ਕਹਿੰਦੇ ਪੁੱਛੀਏ ਕਿਵੇਂ ਖਤਮ ਹੋਏ? ਕਹਿੰਦੇ ਪੰਡਤ ਮੁੱਲਾ ਛਾੜੇ ਦੋ। ਪੰਡਤ ਮੁੱਲਾ ਮੈਂ ਦੋਹਾਂ ਨੂੰ ਛੱਡ ਦਿੱਤਾ, ਇਸ ਕਰਕੇ ਮੇਰੇ ਝਗੜੇ ਖਤਮ ਹੋ ਗਏ। ਹੁਣ ਮੈਂ ਉਹਨਾਂ ਦੀ ਨਹੀਂ ਮੰਨਦਾ, ਮੈਂ ਸਿਰਫ ਆਪਣੇ ਗੁਰੂ ਦੀ ਵਿਚਾਰ ਨੂੰ ਮੰਨਦਾ ਹਾਂ। ਮੇਰਾ ਕੋਈ ਝਗੜਾ ਹੀ ਨਹੀਂ ਰਹਿ ਗਿਆ। ਹੁਣ ਉੱਥੇ ਇੱਕ ਕਹਿ ਰਿਹਾ ਹੈ ਕਿ ਪੰਡਤ ਜੀ ਨੂੰ ਬੁਲਾਓ, ਦੂਜਾ ਕਹਿ ਰਿਹਾ ਗੁਰੂ ਨੇ ਇਹ ਆਖਿਆ ਹੈ। ਦੋ ਵਿਚਾਰਾਂ ਹੈ ਨਾ, ਡਬਲ ਮਾਈਂਡ ਝਗੜੇ ਹੀ ਤਾਂ ਹਨ। ਜੇ ਸਾਰੇ ਗੁਰਮੁਖ ਹੁੰਦੇ, ਗੁਰ ਵਿਚਾਰ ਵਾਲੇ ਹੁੰਦੇ, ਕਹਿੰਦੇ ਪਾਓ ਪਾਣੀ ਇਕੱਠੋ ਕਰੋ, ਇਕੱਠਾ ਰਾਖ, ਤੇ ਜਿੱਥੇ ਵੀ ਜਲ ਪ੍ਰਵਾਹ ਹੈ ਉੱਥੇ ਸੁੱਟ ਦੋ। ਇਹ 'ਚ ਕੁਝ ਨਹੀਂ ਹੈ, ਮਿੱਟੀ ਹੈ, ਇਹਦੇ ਨਾਲ ਕੁਝ ਨਹੀਂ ਹੋਣਾ। ਝਗੜਾ ਹੀ ਕੋਈ ਨਹੀਂ ਸੀਗਾ, ਲੜਾਈ ਕੋਈ ਨਹੀਂ ਸੀਗੀ। ਤੇ ਭਗਤ ਜੀ ਕਹਿੰਦੇ ਝਗੜੇ ਹੀ ਤਾਂ ਹਨ। ਤੁਸੀਂ ਗੁਰੂ ਲੜ ਵੀ ਲੱਗੇ ਹੋ ਤੇ ਪੰਡਤ ਜੀ ਵੱਲ ਵੀ ਜਾਂਦੇ ਤੇ ਮੁੱਲਾਂ ਵੱਲ ਵੀ ਜਾਂਦੇ ਹੋ, ਪੜ੍ਹੀ ਜਾਂਦੇ ਹੋ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਬੜੇ ਸੱਚੇ ਬਣਦੇ ਅਸੀਂ ਬਾਣੀ ਪੜ੍ਹ ਕੇ। ਕਦੇ ਦੀ ਵਿਚਾਰ ਨਾਲ ਵੀ ਤੇ ਜੁੜੋ। ਸ਼ਰਮ ਆਵੇਗੀ ਆਪਣੇ ਆਪ ਨੂੰ ਕਿ ਪੜਨ ਕੁਝ ਹੋਰ ਦੇ ਆ, ਕਰ ਕੁਝ ਹੋਰ ਰਹੇ ਆ। ਮਾਲਕ ਨੇ ਆਖਿਆ ਪਾਏ ਗਹੇ, ਜਦੋਂ ਦੇ ਤੇਰੇ ਚਰਨ ਪਕੜੇ ਹਨ, ਤੇਰੇ ਸਿਧਾਂਤ ਰੂਪੀ ਚਰਨ ਗਹੇ ਪਕੜੇ ਹਨ, ਤੇਰੇ ਸਿਧਾਂਤਾਂ ਨਾਲ ਜੁੜਿਆ ਹਾਂ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਮੈਂ ਕਿਸੇ ਵੱਲ ਅੱਖ ਚੁੱਕ ਕੇ ਨਹੀਂ ਵੇਖਿਆ। ਰਾਮ ਰਹੀਮ ਪੁਰਾਨ ਕੁਰਾਨ। ਰਾਮ ਹਿੰਦੂ ਵੀਰਾਂ ਦੀ ਵਿਚਾਰਧਾਰਾ, ਉਹਨਾਂ ਦੇ ਗ੍ਰੰਥ ਪੁਰਾਨ। ਰਹੀਮ ਮੁਸਲਮਾਨ ਵੀਰਾਂ ਦੀ ਵਿਚਾਰਧਾਰਾ, ਉਹਨਾਂ ਦੇ ਗ੍ਰੰਥ ਕੁਰਾਨ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮਾਨਿਓ। ਇਹ ਅਨੇਕਾਂ ਰਸਤੇ ਦੱਸਦੇ ਹਨ, ਮੈਂ ਇੱਕ ਵੀ ਨਹੀਂ ਮੰਨਦਾ, ਕਿਉਂਕਿ ਪੰਡਤ ਮੁੱਲਾ ਛਾੜੇ ਦੋ, ਇਸ ਕਰਕੇ ਹਮਾਰਾ ਝਗੜਾ ਰਹਾ ਨਾ ਕੋ। ਝਗੜਾ ਹੀ ਉਨਾ ਚਿਰ ਸੀਗਾ ਜਿੰਨਾ ਚਿਰ ਸੀ ਪੰਡਤ ਮੁੱਲਾ ਦੀ ਮੰਨਦੇ ਸਾਂ। ਪੰਡਤ ਜੀ ਕਹਿੰਦੇ ਸੀ ਇਹ ਕਰੋ, ਜਿੰਨਾ ਚਿਰ ਉਹ ਕਰਦੇ। ਗੁਰੂ ਕਹਿੰਦਾ ਇਹ ਕਰੋ, ਡਬਲ ਮਾਈਂਡ ਸੀ, ਡਬਲ ਵਿਚਾਰ ਸੀਗੀ। ਉੱਥੇ ਝਗੜਾ ਸੀ। ਕਰਾਂ ਕਿ ਮੈਨੂੰ ਤੇ ਸਮਝ ਨਹੀਂ ਆ ਰਹੀ। ਉਹ ਕਮਲਿਆ ਤੈਨੂੰ ਸਮਝਾਉਣ ਵਾਸਤੇ ਤੇ 1430 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂਆਂ ਨੇ ਦਰਜ ਕਰ ਦਿੱਤੇ ਕਿ ਤੈਨੂੰ ਸਮਝ ਆ ਜਾਵੇ। ਜੇ ਤੂੰ ਅਜੇ ਵੀ ਕਹਿਣਾ ਹੈ ਕਿ ਮੈਨੂੰ ਸਮਝ ਨਹੀਂ, ਮੈਂ ਕਰਾਂ ਕੀ, ਤੇ ਤੇਰੀ ਜ਼ਿੰਦਗੀ ਤ੍ਰਿਗ ਹੈ। ਦੁੱਖ ਇਸ ਗੱਲ ਦਾ ਤੂੰ ਗੁਰੂ ਦੀ ਵਿਚਾਰ ਪੜ੍ਹੀ ਨਹੀਂ, ਤੈਨੂੰ ਇਸ ਕਰਕੇ ਸਮਝ ਹੀ ਨਹੀਂ ਆ ਰਹੀ। ਤੂੰ ਪੜ੍ਹ, ਬਾਣੀ ਪੜ੍ਹ। ਤੂੰ ਇਹ ਕਹਿਣਾ ਹੀ ਭੁੱਲ ਜਾਏਗਾ ਮੈਨੂੰ ਸਮਝ ਨਹੀਂ ਆ ਰਹੀ, ਮੈਂ ਕਰਾਂ ਕੀ। ਤੇ ਭਗਤ ਜੀ ਨੇ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਆ ਰਾਮ ਰਹੀਮ ਪੁਰਾਨ ਕੁਰਾਨ, ਕਿਉਂਕਿ ਇਹ ਤੇ ਰਾਮ ਜੀ ਦੀ ਵਿਚਾਰਧਾਰਾ ਪੁਰਾਨ ਕਹਿ ਰਹੇ ਹਨ ਕਿ ਐਵੇਂ ਸੰਸਕਾਰ ਕਰਨਾ ਹੈ, ਐਵੇਂ ਚੌਥੇ ਤੇ ਆਉਣਾ ਹੈ, ਐਵੇਂ ਫੁੱਲ ਚੁਗਨੇ ਹਨ, ਇਹ ਰਾਮ ਆਤਮਾ ਰਾਮ ਦੇਖਣਾ ਹੈ, ਐਵੇਂ ਇਹਨਾਂ ਨੂੰ ਜਲ ਪ੍ਰਵਾਹ ਕਰਨਾ, ਪੂਜਾ ਕਰਨੀ ਹੈ। ਇਹ ਉਹਨਾਂ ਦੀ ਵਿਚਾਰ ਸੀਗੀ। ਤੇ ਭਗਤ ਜੀ ਕਹਿੰਦੇ ਹੁਣ ਮੇਰੇ ਅੰਦਰ ਇਹ ਵਿਚਾਰਾਂ ਨੂੰ ਲੈ ਕੇ ਝਗੜੇ ਨਹੀਂ ਹੁੰਦੇ, ਕਿਉਂਕਿ ਮੈਂ ਉਹਨਾਂ ਦੀ ਵਿਚਾਰ ਹੀ ਛੱਡ ਦਿੱਤੀ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਮੈਂ ਛੱਡ ਦਿੱਤਾ, ਲੇਕਿਨ ਅਸੀਂ ਨਹੀਂ ਛੱਡਿਆ, ਅਸੀਂ ਪਕੜ ਕੇ ਰੱਖਿਆ। ਅਸੀਂ ਉਹ ਸਾਰੇ ਕਰਮ ਕਰਦੇ ਹਾਂ। ਮੈਂ ਆਪਣੀ ਵਿਚਾਰ ਤੇ ਆਵਾਂ। ਭਗਤ ਜੀ ਕਹਿਣ ਲੱਗੇ ਭਾਈ ਮੇਰਾ ਝਗੜਾ ਤੇ ਅੰਦਰੋਂ ਖਤਮ ਹੋ ਗਿਆ। ਪੁੱਛੀਏ ਕਿਵੇਂ? ਕਹਿੰਦੇ ਕਿਉਂਕਿ ਹਮਾਰਾ ਝਗੜਾ ਰਹਾ ਨਾ ਕੋ, ਪੰਡਤ ਮੁੱਲਾ ਛਾੜੇ ਦੋ। पंडित मुल्ला जो लिख दिया छाड़ चले हम कशु ना लिया। जो पंडित जी ने ते मुल्ला जी ने विचारधारा लिखी ना, राम रहीम पुराण कुरान अनेक कहे मत एक ना मानो। पंडित मुल्ला जो लिख दिया छाड़ चले हम कशु ना लिया। उदों झगड़ा मुक्या जदों उन्हां दी विचारधारा ही छड्ड दित्ती। इसे नूं ते गुरु गोबिंद सिंह महाराज जी ने आख्या सी, खालसा मेरो रूप है खास, खालसे में हो करो निवास। जब ए गहे विप्रन की रीत, मैं ना करो इनकी प्रतीत। होला महला मनाया, खालसा सिरजना दिवस मनाया, लेकिन छड्या कुछ नहीं, बस असी लकीर दे फकीर बने रहे। आनंद उदों आवेगा, झगड़े उदों खत्म होवणगे जदों पंडित मुल्ला जो लिख दिया छाड़ चले हम कशु ना लिया। वो सब छड्ड दो, गुरु दे लड़ लगी, अपने हिरदे दे अंदर प्रेम पैदा करिए।
ਹਿਰਦੇ ਆਪਣੇ ਹਿਰਦੇ ਦੇ ਵਿੱਚ ਇਖਲਾਸ ਦਾ ਅਰਥ ਪਿਆਰ। ਭਗਤ ਜੀ ਨੂੰ ਪੁੱਛੀਏ ਕਿ ਸਾਰਾ ਕੁਝ ਤੁਸੀਂ ਕਿਵੇਂ ਛੱਡਿਆ, ਤੁਹਾਡੇ ਝਗੜੇ ਕਿਵੇਂ ਖਤਮ ਹੋਏ? ਕਹਿੰਦੇ ਹਿਰਦੇ ਇਖਲਾਸ ਨਿਰਖ ਲੈ ਮੀਰਾ। ਮੀਰ ਪਰਮਾਤਮਾ। ਕਹਿੰਦੇ ਪਰਮਾਤਮਾ ਨੂੰ ਵੇਖ, ਪਰਮਾਤਮਾ ਨੂੰ ਵੇਖੇਗਾ ਤੂੰ ਫਿਰ ਇਹਨਾਂ ਵੱਲ ਨਹੀਂ ਵੇਖੇਗਾ। ਇਹ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਏਕ ਨਾ ਮੰਨੋ, ਸਭ ਛੱਡ ਦੇਗਾ। ਫਿਰ ਪੰਡਤ ਮੁੱਲਾ ਛੱਡੇ ਦੋ, ਸਭ ਛੱਡ ਦੇਗਾ। ਉਦੋਂ ਛੱਡੇਗਾ ਜਦੋਂ ਨਿਰਖ ਲੈ ਮੀਰਾ, ਜਦੋਂ ਆਪਣੇ ਰਾਮ ਨੂੰ ਵੇਖ ਲੇਗਾ, ਰੱਬ ਨੂੰ ਵੇਖ ਲੇਗਾ, ਪਰਮਾਤਮਾ ਦੇ ਦਰਸ਼ਨ ਕਰ ਲੇਗਾ। ਉਹ ਕਦੋਂ ਹੋਣਗੇ? ਹਿਰਦੇ ਇਖਲਾਸ, ਆਪਣੇ ਹਿਰਦੇ ਦੇ ਵਿੱਚ ਪਿਆਰ ਪੈਦਾ ਕਰ, ਕਿਉਂਕਿ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਉਹਨੂੰ ਤੇ ਪਿਆਰ ਨਾਲ ਪਾਇਆ ਜਾ ਸਕਦਾ ਹੈ। ਹਿਰਦੇ ਇਖਲਾਸ ਨਿਰਖ ਲੈ ਮੀਰਾ। ਕਹਿੰਦੇ ਹੁਣ ਮੈਂ ਆਪਣੇ ਅੰਦਰ ਪਿਆਰ ਪੈਦਾ ਕਰਕੇ ਤੇ ਰੱਬ ਦੇ ਨਾਲ ਸਾਂਝ ਪਾ ਲਈਏ। ਸੋ ਜਦੋਂ ਅਸੀਂ ਗੁਰੂ ਦੇ ਨਾਲ ਸਾਂਝ ਪਾ ਲਾਂਗੇ, ਰੱਬ ਦੇ ਨਾਲ ਸਾਂਝ ਪਾ ਲਾਂਗੇ, ਰੱਬ ਅੰਦਰ ਬੈਠਾ ਸਾਡੇ, ਉਹਦੀ ਵਿਚਾਰ ਨਾਲ ਸਾਂਝ ਪਾ ਲਵਾਂਗੇ, ਤੇ ਫਿਰ ਉਸ ਦਿਨ ਪਿਆਰਿਓ ਸਾਡੇ ਦੁਨਿਆਵੀ ਲੜਾਈ ਝਗੜੇ ਕਲੇਸ਼ ਸਭ ਖਤਮ ਹੋ ਜਾਣਗੇ। ਮੈਂ ਇੰਜ ਨਾ ਕੀਤਾ ਇੰਜ ਹੋ ਜਾਵੇਗਾ, ਇਹ ਖਤਮ ਹੋ ਜਾਵੇਗਾ। ਸਾਡੇ ਅੰਦਰ ਅਨੇਕਾਂ ਪ੍ਰਕਾਰ ਦੇ ਭਰਮ ਭੁਲੇਖੇ ਹਨ, ਜਿਨ੍ਹਾਂ ਨੂੰ ਜੇ ਮੈਂ ਦੱਸਣ ਲੱਗ ਪਿਆ ਤੇ ਲੰਬਾ ਹੀ ਟਾਈਮ ਨਿਕਲ ਜਾਵੇਗਾ। ਇਹ ਸਭ ਖਤਮ ਹੋ ਜਾਣਗੇ। ਫਿਰ ਉੱਥੇ ਆਨੰਦ ਹੀ ਆਨੰਦ ਹੋਵੇਗਾ। ਕਿਉਂਕਿ ਮੈਂ ਸ਼ੁਰੂ 'ਚ ਬੇਨਤੀ ਕੀਤੀ, ਜੇ ਘਰ 'ਚ ਇੱਕ ਬੰਦਾ ਉਹ ਕਾਹਦੇ ਨਾਲ ਲੜੇਗਾ? ਕਿਸੇ ਨਾਲ ਤੇ ਕੋਈ ਹੋਰ ਬੰਦਾ ਹੀ ਨਹੀਂ ਹੈ। ਉਹ ਪੱਖੇ ਕੰਧਾਂ ਨਾਲ ਨਹੀਂ ਸਿਰ ਮਾਰੇਗਾ। ਇਸੇ ਤਰੀਕੇ ਸਾਡੇ ਅੰਦਰ ਵਿਚਾਰ ਦੀ ਲੜਾਈ ਹੈ। ਜਦੋਂ ਇੱਕ ਹੀ ਵਿਚਾਰ ਹੋਵੇਗੀ, ਉਹ ਹੋਵੇਗੀ ਗੁਰ ਵਿਚਾਰ, ਫਿਰ ਮਨ ਦੇ ਲੜਾਈ ਝਗੜੇ ਕਲੇਸ਼ ਸਭ ਖਤਮ ਹੋ ਜਾਣਗੇ। ਕੋਈ ਕੁਝ ਵੀ ਕਹਿੰਦਾ ਰਹੇ, ਸਾਨੂੰ ਕੋਈ ਫਰਕ ਨਹੀਂ, ਅਸੀਂ ਕਿਸੇ ਦੇ ਦੱਸੇ ਮਾਰਗ ਤੇ ਨਹੀਂ ਚੱਲਣਾ। ਤੇ ਭਗਤ ਜੀ ਇੱਥੇ ਬਚਨ ਕਰਦੇ ਹਨ, ਸਮਾਂ ਘੱਟ ਹੈ। ਕਹਿਣ ਲੱਗੇ ਝਗੜਾ ਏਕ ਨਬੇਰੋ ਰਾਮ, ਜੋ ਤੁਮ ਆਪਣੇ ਜਨ ਸਿਓ ਕਾਮ। ਹੁਣ ਝਗੜੇ ਕੀ ਹਨ? ਕਹਿੰਦੇ ਇਹ ਮਨ ਵੱਡਾ ਕਿ ਜਾ ਸਿਓ ਮਨ ਮਾਨਿਆ। ਕਹਿੰਦੇ ਮੈਨੂੰ ਸਮਝ ਨਹੀਂ ਆ ਰਹੀ ਪਰਮਾਤਮਾ ਕਿ ਇਹ ਮਨ ਵੱਡਾ ਹੈ ਕਿ ਆ ਜਿਹਦੇ ਨਾਲ ਜੁੜ ਕੇ ਮਨ ਪਤੀਜ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ, ਉਹ ਵੱਡਾ ਹੈ। ਮਨ ਵੈਸੇ ਬਹੁਤ ਤਗੜਾ ਹੈ।